पाठ 8वां बीज दा सफर। खेत विच गन्ने दी बिचाई हो रही सी। मां ने कामिਆਂ ਲਈ रोटी तैयार कर दिती। मैं अते मेरा भतीजा सुखमन रोटी लैके खेत पहुंच गए। छोलियां दी सब्जी बहुत स्वाद बनी सी। सब ने रज के रोटी खाधी ਅਤੇ ਕੁਝ ਚਿਰ ਆਰਾਮ ਲਈ ਬੈਠ ਗਏ। ਥੋੜੇ ਸਮੇਂ ਬਾਅਦ ਵੱਡੇ ਵੀਰ ਨੇ ਚਾਹ ਬਣਾ ਲਈ। ਸਭ ਨੇ ਚਾਹ ਪੀਤੀ ਅਤੇ ਬਿਜਾਈ ਦੁਬਾਰਾ ਸ਼ੁਰੂ ਹੋ ਗਈ। ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾ ਰਹੇ ਸਨ। ਵੱਡਾ ਵੀਰ ਬਿਜਾਈ ਕੀਤੇ ਗੰਨਿਆਂ ਦੇ ਵਿਚਕਾਰ ਛੋਲਿਆਂ ਦੇ ਦਾਣੇ ਦੱਬ ਰਿਹਾ ਸੀ। ਸੁਖਮਨ ਇਹ ਸਭ ਦੇਖ ਕੇ ਬੜਾ ਹੈਰਾਨ ਸੀ। ਪਾਪਾ, ਛੋਲੇ ਤਾਂ ਖਾਣ ਲਈ ਹੁੰਦੇ ਨੇ, ਤੁਸੀਂ ਇਹਨਾਂ ਨੂੰ ਮਿੱਟੀ ਵਿੱਚ ਕਿਉਂ ਦੱਬ ਰਹੇ ਹੋ? ਪੁੱਤਰ, ਛੋਲੇ ਭੋਜਨ ਵਜੋਂ ਖਾਧੇ ਵੀ ਜਾ ਸਕਦੇ ਨੇ ਅਤੇ ਨਵੀਂ ਫਸਲ ਲਈ ਬੀਜ ਵਜੋਂ ਬੀਜੇ ਵੀ ਜਾ ਸਕਦੇ ਹਨ। ਕੀ ਹੋਰ ਵੀ ਅਜਿਹੇ ਬੀਜ ਹਨ ਜੋ ਅਸੀਂ ਖਾ ਸਕਦੇ ਹਾਂ? ਬਹੁਤ ਸਾਰੇ ਨੇ ਪੁੱਤਰ। ਕੁਝ ਬੀਜ ਸਾਡੀ ਰਸੋਈ ਵਿੱਚ ਵੀ ਹਨ, ਜਿਵੇਂ ਜੀਰਾ। ਕੁਝ ਬੀਜਾਂ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ, ਜਿਵੇਂ ਕਣਕ। ਸੁਖਮਨ, ਸਰੋਂ ਦਾ ਤੇਲ ਤਾਂ ਤੂੰ ਦੇਖਿਆ ਹੀ ਹੋਇਆ ਹੈ। ਮਤਲਬ ਸਰੋਂ ਦੇ ਬੀਜ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ। ਚਾਚਾ, ਮੈਨੂੰ ਫੁੱਲ ਬਹੁਤ ਸੋਹਣੇ ਲੱਗਦੇ ਨੇ। ਤੁਸੀਂ ਮੈਨੂੰ ਗੁਲਾਬ ਅਤੇ ਗੇਂਦੇ ਦੇ ਬੀਜ ਲਿਆ ਦੇਵੋਗੇ? ਜ਼ਰੂਰ ਪੁੱਤਰ, ਗੇਂਦੇ ਦੇ ਬੀਜ ਤਾਂ ਮਿਲ ਹੀ ਜਾਣਗੇ। ਪਰ ਕੀ ਤੈਨੂੰ ਪਤਾ ਹੈ ਕਿ ਗੁਲਾਬ ਦੇ ਬੀਜ ਨਹੀਂ ਬੀਜੇ ਜਾਂਦੇ, ਸਗੋਂ ਉਸ ਦੀ ਕਲਮ ਲੱਗਦੀ ਹੈ। ਚਾਚਾ, ਕਲਮ ਕੀ ਹੁੰਦੀ ਆ? ਪੁੱਤਰ, ਗੁਲਾਬ ਦੇ ਪੌਦੇ ਤੋਂ ਲਗਭਗ ਦਾਤਣ ਜਿੰਨੀ ਮੋਟੀ ਟਾਹਣੀ ਕੱਟ ਲਈ ਜਾਂਦੀ ਹੈ, ਜਿਸ ਨੂੰ ਜ਼ਮੀਨ ਵਿੱਚ ਲਗਾ ਦਿੱਤਾ ਜਾਂਦਾ ਹੈ। ਕੁਝ ਦਿਨਾਂ ਬਾਅਦ ਪੱਤੇ ਨਿਕਲ ਆਉਂਦੇ ਹਨ। ਆਓ ਬੀਜਾਂ ਤੋਂ ਪੌਦੇ ਉਗਾਉਣ ਦੀ ਕਿਰਿਆ ਜਾਣੀਏ। ਕਣਕ ਦੇ ਕੁਝ ਬੀਜ ਲਵੋ। ਖੇਤ ਵਿੱਚੋਂ ਥੋੜੀ ਜਿਹੀ ਉਪਜਾਊ ਮਿੱਟੀ ਲੈ ਲਵੋ। 1 ਕੱਪ ਪਾਣੀ ਲੈ ਲਵੋ। ਘੱਟੋ ਘੱਟ 4 ਗਮਲੇ ਲੈ ਲਵੋ। ਹਰ ਇੱਕ ਗਮਲੇ ਨੂੰ ਵੱਖਰੇ ਵੱਖਰੇ ਨਾਮ ਊੜਾ, ਐੜਾ, ਈੜੀ, ਸੱਸਾ ਦੇ ਦਵੋ। ਊੜੇ ਗਮਲੇ ਵਿੱਚ ਕਣਕ ਦੇ ਕੁਝ ਬੀਜ ਪਾ ਕੇ ਧੁੱਪੇ ਰੱਖ ਦਿਓ। ਐੜੇ ਗਮਲੇ ਵਿੱਚ ਕੁਝ ਮਿੱਟੀ ਪਾਓ, ਉਸ ਵਿੱਚ ਕੁਝ ਬੀਜ ਬੀਜੋ ਅਤੇ ਧੁੱਪੇ ਰੱਖ ਦਿਓ। ਈੜੀ ਗਮਲੇ ਵਿੱਚ ਕੁਝ ਮਿੱਟੀ ਪਾਓ, ਉਸ ਵਿੱਚ ਕੁਝ ਬੀਜ ਬੀਜੋ ਅਤੇ ਥੋੜਾ ਜਿਹਾ ਪਾਣੀ ਪਾ ਕੇ ਹਨੇਰੇ ਕਮਰੇ ਵਿੱਚ ਜਾਂ ਅਲਮਾਰੀ ਵਿੱਚ ਰੱਖ ਦਿਓ। ਸੱਸਾ ਗਮਲੇ ਵਿੱਚ ਕੁਝ ਮਿੱਟੀ ਪਾਓ, ਉਸ ਵਿੱਚ ਕੁਝ ਬੀਜ ਬੀਜੋ ਅਤੇ ਥੋੜਾ ਜਿਹਾ ਪਾਣੀ ਪਾ ਕੇ ਧੁੱਪੇ ਰੱਖ ਦਿਓ। ਕੁਝ ਦਿਨਾਂ ਬਾਅਦ ਕਿਸ ਗਮਲੇ ਵਿੱਚ ਕਣਕ ਦੇ ਬੀਜ ਉੱਗ ਪੈਣਗੇ? ਸੱਸਾ ਗਮਲੇ ਵਿੱਚ ਕਣਕ ਦੇ ਬੀਜ ਚੰਗੀ ਤਰ੍ਹਾਂ ਉੱਗ ਪੈਣਗੇ। ਕੀ ਤੁਸੀਂ ਬਾਕੀ ਗਮਲਿਆਂ ਵਿੱਚ ਪੌਦੇ ਨਾ ਉੱਗਣ ਦਾ ਕਾਰਨ ਜਾਣਦੇ ਹੋ? ਬੀਜ ਨੂੰ ਚੰਗੀ ਤਰ੍ਹਾਂ ਉੱਗਣ ਲਈ ਹਵਾ, ਪਾਣੀ, ਮਿੱਟੀ ਅਤੇ ਸੂਰਜ ਦੀ ਰੌਸ਼ਨੀ ਦੀ ਜ਼ਰੂਰਤ ਹੁੰਦੀ ਹੈ। ਮੈਂ ਅਤੇ ਸੁਖਮਨ ਰੋਟੀ ਵਾਲੇ ਬਰਤਨ ਲੈ ਕੇ ਘਰ ਨੂੰ ਵਾਪਸ ਚੱਲ ਪਏ। ਗਲੀ ਵਿੱਚੋਂ ਲੰਘਦਿਆਂ ਸੁਖਮਨ ਮੇਰੀ ਬਾਂਹ ਖਿੱਚ ਕੇ ਬੋਲਿਆ, ਚਾਚਾ ਜੀ ਦੇਖੋ, ਉਸ ਛੱਤ ਉੱਤੇ ਵੀ ਪੌਦੇ ਉੱਗੇ ਹੋਏ ਹਨ। ਕੀ ਇਹ ਪੌਦੇ ਕਿਸੇ ਨੇ ਛੱਤ ਤੇ ਬੀਜੇ ਹਨ? ਨਹੀਂ ਸੁਖਮਨ, ਇਹਨਾਂ ਪੌਦਿਆਂ ਨੂੰ
ਕਿਸੇ ਨੇ ਛੱਤ ਉੱਪਰ ਬੀਜਿਆ ਨਹੀਂ, ਬਲਕਿ ਇਹਨਾਂ ਦੇ ਬੀਜ ਕਿਸੇ ਨਾ ਕਿਸੇ ਤਰੀਕੇ ਛੱਤ ਉੱਤੇ ਪਹੁੰਚ ਗਏ ਹੋਣਗੇ। ਚਾਚਾ ਜੀ, ਉਹ ਕਿਵੇਂ? ਬੇਟਾ, ਬੀਜ ਬੜੇ ਤਰੀਕਿਆਂ ਨਾਲ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਪਹੁੰਚ ਜਾਂਦੇ ਹਨ। ਜਿਵੇਂ ਪੰਛੀ ਬਹੁਤ ਸਾਰੇ ਰੁੱਖਾਂ ਉੱਤੋਂ ਫਲ ਤੋੜ ਕੇ ਖਾਣ ਲਈ ਲੈ ਜਾਂਦੇ ਹਨ ਅਤੇ ਫਲ ਖਾਣ ਤੋਂ ਬਾਅਦ ਬੀਜ ਛੱਤਾਂ ਉੱਪਰ ਰਹਿ ਜਾਂਦੇ ਹਨ। ਅੱਕ ਦੇ ਬੀਜ ਆਪਣੇ ਖੰਭਾਂ ਨਾਲ ਹਵਾ ਵਿੱਚ ਉੱਡ ਕੇ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚ ਜਾਂਦੇ ਹਨ। ਅੱਕ ਅਤੇ ਗਾਜਰ ਬੂਟੀ ਦੇ ਬੀਜ ਛੋਟੇ ਆਕਾਰ ਅਤੇ ਹਲਕੇ ਭਾਰ ਕਾਰਨ ਹਵਾ ਰਾਹੀਂ ਦੂਸਰੇ ਸਥਾਨਾਂ ਤੱਕ ਪਹੁੰਚ ਜਾਂਦੇ ਹਨ। ਪੁੱਠ ਕੰਡਾ ਅਤੇ ਗੁੱਤ ਪੱਟਣਾ ਅਕਸਰ ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ ਦੂਜੀਆਂ ਥਾਵਾਂ ਤੱਕ ਸਫ਼ਰ ਕਰਦੇ ਹਨ। ਇਸ ਤੋਂ ਇਲਾਵਾ ਜਲ ਲਿੱਲੀ ਅਤੇ ਜਲ ਕੁੰਭੀ ਪਾਣੀ ਰਾਹੀਂ ਦੂਸਰੇ ਸਥਾਨਾਂ ਤੱਕ ਪਹੁੰਚ ਜਾਂਦੇ ਹਨ। ਬੱਚਿਓ, ਆਪਣੇ ਅਧਿਆਪਕ ਦੀ ਮਦਦ ਨਾਲ ਆਪਣੇ ਆਲੇ ਦੁਆਲੇ ਅਜਿਹੇ ਬੀਜਾਂ ਦੀ ਸੂਚੀ ਬਣਾਉਣ ਦੀ ਕੋਸ਼ਿਸ਼ ਕਰੋ ਜੋ ਕਿਸੇ ਨਾ ਕਿਸੇ ਤਰੀਕੇ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਦੇ ਹਨ।